ਕਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ। ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿੱਚ ਅੱਜ ਇੱਕ ਮੀਟਿੰਗ ਹੋਈ ਦਿੱਲੀ ਦੇ ਬਾਰਡਰਾਂ ਤੇ। ਬੇਨਤੀਜਾ ਰਹੀ ਇਸ ਮੀਟਿੰਗ 'ਚ ਕੋਈ ਸਿੱਟਾ ਨਹੀਂ ਨਿਕਲ ਪਾਇਆ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਰਾਹ ਬੰਦ ਨਹੀਂ ਕੀਤੇ, ਪਰ ਜੇ ਹੁਣ ਖੋਲੇ ਗਏ ਤਾਂ ਦਿੱਕਤ ਹੋਏਗੀ। ਉਹਨਾਂ ਕਿਹਾ ਕਿ ਕੋਈ ਵੱਡਾ ਹਾਦਸਾ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਕਿਸਾਨਾਂ ਨੇ ਕਿਹਾ ਕਿ ਅਸੀਂ 5 ਫੁੱਟ ਦਾ ਰਾਹ ਦੇਣ ਨੂੰ ਤਿਆਰ ਹਾਂ, ਜਿੱਥੋਂ ਪੈਦਲ, ਮੋਟਰਸਾਈਕਲ ਜਾਂ ਕਿਸੇ ਐਂਬੂਲੈਂਸ ਨੂੰ ਲਗਾਇਆ ਜਾ ਸਕਦਾ ਹੈ। ਕਾਰਾਂ ਦੀ ਜੇ ਭੀੜ ਹੁੰਦੀ ਹੈ ਜਾਂ ਟਰੱਕਾਂ ਬੱਸਾਂ ਦੀ ਭੀੜ ਹੁੰਦੀ ਹੈ ਤਾਂ ਉਸ ਦੇ ਨਾਲ ਦਿੱਕਤ ਹੋਏਗੀ। ਕੱਲ ਦੁਬਾਰਾ ਮੀਟਿੰਗ ਹੋਣੀ ਹੈ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਕਾਰ, ਔਰ ਕੋਸ਼ਿਸ਼ ਹੈ ਕਿ ਇੱਕ ਰਸਤਾ ਖੋਲ੍ਹਣ ਨੂੰ ਲੈ ਕੇ ਆਮ ਸਹਿਮਤੀ ਬਣਾਈ ਜਾ ਸਕੇ। प्रशासन, दिल्ली प्रशासन और हरियाणा प्रशासन, उन्होंने दोनों के बखरे बखरे स्टैंड है, हमारा बखरा स्टैंड है। तो उन्होंने रास्ता खोलने की बात की तो हमने बताया कि जो पैदल लोग आते हैं, मोटरसाइकिल वाले हैं, स्कूटर वाले हैं, उनको 5 फुट का रास्ता सवेरे 10 बजे खोल देते हैं, कोई प्रॉब्लम नहीं है। अगर जोड़े कमर्शियल व्हीकल है, अगर वो आएंगे, बच्चा आएंगी, दगड़ दगड़ आएंगे, तो जो धरने वाले लोग बैठे हैं, जिमें कल घटना वापरी है, ऐसी घटना फिर वापर जाती है। 1 कुल्ली दरड़ी, 2 कुल्ली दरड़ी, 10 कुल्ली दरड़ी, वो कितना नुकसान होगा, उनका जिम्मेवार कौन होगा। 5 फुट का खोलना ना खोलना तो उसमें तो लोग साइड से तो जा ही रहे हैं पैदल वैदल तब, लेकिन बात यह है कि जो नॉन कमर्शियल व्हीकल की बात आती है, जहाँ अधिकतर लोग हैं, अपने लाखों की संख्या में लोग आते हैं जाते हैं, तो कार वाले अधिक उनमें संख्या है, तो वो अपना उसके खोलने ना खोलने कोई फायदा नहीं उसका भी। ਤੇ ਖਬਰ ਮਾਨਸਾ ਤੋਂ ਹੈ। ਮਾਨਸਾ ਦੇ ਪਿੰਡ ਖੀਵਾ ਦਿਆਲੂ ਦੇ ਵਿੱਚ ਅੱਜ ਮਾਤਮ ਛਾ ਗਿਆ। 3 ਕਿਸਾਨ ਮਹਿਲਾਵਾਂ ਦੇ ਅੱਜ ਅੰਤਿਮ ਸੰਸਕਾਰ ਹੋਏ, ਜਿਨ੍ਹਾਂ ਦੀ ਦਿੱਲੀ ਬਾਰਡਰ ਤੇ ਜਿਨ੍ਹਾਂ ਦਾ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਸੀ। ਅੰਤਿਮ ਸੰਸਕਾਰ ਦੇ ਵਿੱਚ ਕਈ ਕਿਸਾਨ ਲੀਡਰ ਪਹੁੰਚੇ। ਟਿਕਰੀ ਬਾਰਡਰ ਤੇ ਇਹ ਦਰਅਸਲ ਘਟਨਾ ਵਾਪਰੀ ਸੀ। ਇੱਕ ਟਿੱਪਰ ਜਿਹੜਾ ਹੈ ਉਹ ਸੜਕ ਤੇ ਮਹਿਲਾਵਾਂ ਫੁੱਟਪਾਥ ਤੇ ਬੈਠੀਆਂ ਸੀ, ਉਹਨਾਂ ਤੇ ਸਿੱਧਾ ਆ ਕੇ ਉੱਤੇ ਚੜ ਗਿਆ, ਉਹਨਾਂ ਮਹਿਲਾਵਾਂ ਨੂੰ ਦਰੜ ਦਿੱਤਾ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵੱਡੀ ਦੁਖਦਾਈ ਘਟਨਾ ਹੈ। ਮੋਰਚੇ ਨੂੰ ਵੀ, ਪਰਿਵਾਰਾਂ ਨੂੰ ਵੀ, ਰਿਸ਼ਤੇਦਾਰਾਂ ਨੂੰ ਵੀ ਇੱਕ ਬਹੁਤ ਵੱਡਾ ਘਾਟਾ ਹੈਗਾ। ਤੇ ਜਿਹੜਾ ਘਾਟਾ ਜਥੇਬੰਦੀਆਂ ਨੂੰ, ਸੰਯੁਕਤ ਮੋਰਚੇ ਨੂੰ ਹੈ, ਇੱਕ ਸਾਡਾ 3 ਇਕੱਠੇ ਵਰਕਰਾਂ ਨੇ ਸਾਨੂੰ ਵਿਛੋੜਾ ਦੇ ਜਾਣਾ। ਵਰਕਰ ਪਹਿਲਾਂ ਮਸਾ ਤਿਆਰ ਹੁੰਦਾ ਹੈਗਾ ਤੇ ਫਿਰ ਉਹ ਲੀਡਰ ਬਣਦਾ ਹੈਗਾ, ਫਿਰ ਲੋਕਾਂ ਦੀ ਅਗਵਾਈ ਕਰਦਾ ਹੈ। ਜੇ ਸਾਡਾ ਵਰਕਰ ਸਾਨੂੰ ਵਿਛੋੜਾ ਦੇ, ਜੋ ਵੱਡਾ ਦੁੱਖ ਹੁੰਦਾ ਹੈਗਾ। 700 ਸ਼ਹੀਦੀਆਂ ਹੁਣ ਤੋਂ ਪਹਿਲਾਂ ਹੋ ਚੁੱਕੀਆਂ ਨੇ, ਪਰ ਇਸ ਸਰਕਾਰ ਦਾ ਦਿਲ ਨਹੀਂ ਪਸੀਜਿਆ। ਕਈ ਕੁਦਰਤੀ ਮੌਤ ਮਰੇ ਨੇ, ਕਿਸੇ ਨੂੰ ਅਟੈਕ ਹੋਇਆ, ਠੰਡ ਨਾਲ ਕੋਈ ਮਰਿਆ ਹੈ, ਤੇ ਕਈਆਂ ਨੂੰ ਮਾਰ ਦਿੱਤਾ ਗਿਆ, ਕਈ ਸੁਸਾਈਡ ਕਰ ਗਏ ਨੇ। ਪਰ ਉਸ ਤੋਂ ਬਾਵਜੂਦ ਵੀ 700 ਸ਼ਹੀਦੀਆਂ ਦੇ ਬਾਵਜੂਦ ਵੀ ਅੱਜ ਤੱਕ ਇਸ ਸਰਕਾਰ ਦਾ ਦਿਲ ਨਹੀਂ ਪਸੀਜਿਆ ਤੇ ਉੱਥੇ ਦੀ ਉੱਥੇ ਖੜੀ ਹੈ। ਪਰ ਕੁਰਬਾਨੀਆਂ ਕਿੰਨੀਆਂ ਵੀ ਦੇਣੀਆਂ ਪੈ ਜਾਣ ਤੇ ਜਦੋਂ ਤੱਕ ਅੰਦੋਲਨ ਜਿੱਤਦੇ ਨਹੀਂ, ਉਦੋਂ ਤੱਕ ਵਾਪਸ ਨਹੀਂ ਆਵਾਂਗੇ। ਨਾ ਸ਼ਹੀਦਾਂ ਦੀ ਜਿਹੜੀ ਸ਼ਹੀਦੀ ਹੈ, ਕੁਰਬਾਨੀ ਹੈ, ਉਹ ਖਾਲੀ ਨਹੀਂ ਜਾਏਗੀ। ਤੇ ਪਾਵਰਕਾਮ ਨਾਲ ਜੁੜੀ ਖਬਰ ਹੈ। ਪਾਵਰਕਾਮ ਵੱਲੋਂ ਹੁਣ ਪੰਜਾਬੀਆਂ ਨੂੰ ਸਸਤੀ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਵਰਕਾਮ ਵੱਲੋਂ ਸੋਲਰ ਪਾਵਰ ਲਈ 2 ਟੈਂਡਰ ਜਾਰੀ ਕੀਤੇ ਗਏ ਨੇ। 500 ਮੈਗਾਵਾਟ ਸੂਰਜੀ ਊਰਜਾ ਦੇ ਖਰੀਦ ਦੇ ਲਈ ਇਹ ਟੈਂਡਰ ਨੇ। ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਾਵਰਕਾਮ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਸਸਤੀ ਬਿਜਲੀ ਖਰੀਦ ਕੇ ਲੋਕਾਂ ਨੂੰ ਸਸਤੇ ਭਾਅ ਦਿੱਤੀ ਜਾਵੇ। ਤੇ ਪਾਵਰਕਾਮ ਦਾ ਹੁਣ ਕਹਿਣਾ ਹੈ ਕਿ ₹2.33 ਪ੍ਰਤੀ ਯੂਨਿਟ ਦੀ ਕੀਮਤ ਦੀ ਉਹਨਾਂ ਨੂੰ ਪੇਸ਼ਕਸ਼ ਆਈ ਹੈ। ₹2.33 ਪ੍ਰਤੀ ਯੂਨਿਟ ਦੀ ਇਹ ਰਿਕਾਰਡ ਘੱਟ ਕੀਮਤ ਹੈ, ਜਿਸ ਤੇ 250 ਮੈਗਾਵਾਟ ਸੋਲਰ ਪਾਵਰ ਦੀ ਇਹ ਰਿਕੁਐਸਟ ਆਈ ਹੈ। ਸੋ ਸੂਬੇ 'ਚ ਵਧ ਰਹੀ ਬਿਜਲੀ ਦੀ ਮੰਗ ਦੀ ਪੂਰਤੀ ਲਈ ਯੋਜਨਾ ਇਹ ਬਣਾਈ ਗਈ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਏ ਵੇਣੂ ਪ੍ਰਸਾਦ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੇ ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਸਖਤੀ ਦਿਖਾਈ ਹੈ। ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਹੁਕਮ ਦਿੱਤੇ ਨੇ ਕਿ ਸਖਤੀ ਨਾਲ ਪਾਲਣਾ ਕੀਤੀ ਜਾਵੇ। ਜੇ ਉਲੰਘਣਾ ਹੋਈ ਤਾਂ ਚੀਫ ਸੈਕਟਰੀ ਨੂੰ ਜ਼ਿੰਮੇਦਾਰ ਠਹਿਰਾਇਆ ਜਾਏਗਾ। ਉਹਨਾਂ ਕਿਹਾ ਕਿ ਸਾਰੇ ਪਟਾਕਿਆਂ ਤੇ ਬੈਨ ਨਹੀਂ ਹੈ। ਜਿਹੜੇ ਨਜਾਇਜ਼ ਆਵਾਜ਼, ਨਜਾਇਜ਼ ਧੂਏ ਵਾਲੇ ਨੇ ਜਾਂ ਕੈਮੀਕਲ ਵਾਲੇ ਨੇ, ਉਹਨਾਂ ਪਟਾਕਿਆਂ ਨੂੰ ਬੈਨ ਕੀਤਾ ਗਿਆ ਹੈ ਤੇ ਤਿਉਹਾਰਾਂ ਦੀ ਆੜ 'ਚ ਇਸ ਦੀ ਉਲੰਘਣਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। 2017 'ਚ ਸੁਪਰੀਮ ਕੋਰਟ ਨੇ ਘੱਟ ਪ੍ਰਦੂਸ਼ਣ ਤੇ ਆਵਾਜ਼ ਵਾਲੇ ਪਟਾਕਿਆਂ ਤੇ ਗ੍ਰੀਨ ਪਟਾਕਿਆਂ ਨੂੰ
ਇਜਾਜ਼ਤ ਦਿੱਤੀ ਸੀ। ਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਜ਼ਿਕਰ ਕਰ ਲੈਂਦੇ ਆ। ਅੱਜ ਬਠਿੰਡਾ 'ਚ ਅਰਵਿੰਦ ਕੇਜਰੀਵਾਲ ਸਨ। ਉਹਨਾਂ ਨੇ ਇਸ ਮੌਕੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ 1 ਅਪ੍ਰੈਲ ਤੋਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ। 1 ਅਪ੍ਰੈਲ ਇਸ ਲਈ ਕਿਉਂਕਿ ਫਰਵਰੀ 'ਚ ਵੋਟਾਂ ਪੈਂਦੀਆਂ, ਮਾਰਚ 'ਚ ਨਵੀਂ ਸਰਕਾਰ ਹੋਂਦ ਦੇ ਵਿੱਚ ਆ ਜਾਂਦੀ ਹੈ। ਇਸ ਕਰਕੇ ਕੇਜਰੀਵਾਲ 1 ਅਪ੍ਰੈਲ ਦਾ ਭਰੋਸਾ ਦੇ ਰਹੇ ਨੇ। ਯਾਨੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਵਪਾਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਅਸੀਂ ਸਰਕਾਰ ਬਣਦੇ ਹੀ ਇੰਸਪੈਕਟਰੀ ਰਾਜ ਖਤਮ ਕਰ ਦਿਆਂਗੇ ਔਰ ਪੰਜਾਬ ਦੇ ਵਿੱਚ ਗੁੰਡਾ ਟੈਕਸ ਦੀ ਵਸੂਲੀ ਵੀ ਬੰਦ होएगी। हमारी सरकार बनेगी, फरवरी में चुनाव है, मार्च में नतीजे आ जाएंगे। 1 अप्रैल के बाद हर व्यापारी की सुरक्षा हमारी जिम्मेदारी होगी। और आज आपको कहने के जा रहा हूं, उसके बाद डरने की जरूरत नहीं है। उन्होंने आके कहा जी आप कहते हो हमने इंस्पेक्टर आज खत्म कर दिया, ये दिवाली के टाइम पे आपके इंस्पेक्टर आ रहे हैं हमारे पास। तो हमने लिखित आदेश पारित कर दिया कि कोई भी डिपार्टमेंट का कोई भी अधिकारी किसी भी दुकान पे दिवाली के टाइम पे नहीं जाएगा। लेकिन ऑर्डर कौन मानता? ऑर्डर तो कोई मानता नहीं है। आप जितने मर्जी ऑर्डर पास कर दो, इंस्पेक्टर को दुकान में जाने से कौन रोक सकता है? तो उसी ऑर्डर में हमने लिखा कि अगर कोई आपके यहां अधिकारी या कोई इंस्पेक्टर आ जाए तो ये व्हाट्सएप नंबर है, दूर से उसकी फोटो खींच के इस पे व्हाट्सएप कर देना। भाई साहब, उसके बाद इंस्पेक्टरों ने दिवाली लेना बंद कर दिया। फिर दिवाली जनता की होती थी, इंस्पेक्टर अपने घर पे दिवाली मनाता था, जनता अपने घर पे दिवाली मनाती थी। तो इंस्पेक्टर राज खत्म करना हमको आता है और इंस्पेक्टर राज खत्म करने की हमारी नीयत है, क्योंकि हमारी नीयत साफ है। अगर नीयत खराब हो तो अखबार में बड़े बड़े ऐड तो निकलते हैं, लेकिन इंस्पेक्टर राज खत्म नहीं होता। बातें बड़ी बड़ी होता नहीं है। ਤੇ ਅਰਵਿੰਦ ਕੇਜਰੀਵਾਲ ਨੇ ਅੱਜ ਬਠਿੰਡਾ ਫੇਰੀ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਵੱਡੇ ਇਲਜ਼ਾਮ ਲਾਏ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗੁੰਡਾ ਟੈਕਸ ਨਾਲ ਜੈਜੀਤ ਜੌਹਲ ਦਾ ਨਾਮ ਜੋੜ ਕੇ ਚੇਤਾਵਨੀ ਦਿੱਤੀ ਕਿ ਆਪ ਦੀ ਸਰਕਾਰ ਆਉਣ ਤੇ ਸਖਤ ਕਾਰਵਾਈ ਕੀਤੀ ਜਾਏਗੀ। ਉਧਰ ਜੈਜੀਤ ਜੌਹਲ ਨੇ ਵੀ ਕੇਜਰੀਵਾਲ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਬਠਿੰਡਾ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੀ ਸਰਕਾਰ ਆਉਣ ਤੇ ਬਿਜ਼ਨਸ ਨੂੰ ਆਸਾਨ ਬਣਾਉਣ ਦਾ ਵਾਅਦਾ ਕਰ ਰਹੇ ਸੀ। ਇਸ ਦੌਰਾਨ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਤੇ ਵੱਡੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਗੁੰਡਾ ਟੈਕਸ ਤੇ ਫਰਜ਼ੀ ਕੇਸ ਤੇ ਰੋਕ ਲਾਈ ਜਾਏਗੀ। एक जो टैक्स करके भी है क्या? है